ਹੈਲੋ ਸਟੂਡੈਂਟਸ, ਅੱਜ ਦੇ ਟੌਪਿਕ ਵਿੱਚ ਅਸੀਂ ਡੀਟੇਲ ਵਿੱਚ ਸਮਝਾਂਗੇ EMPLOYEES ਕੰਪਨਸੇਸ਼ਨ ਦੇ ਪ੍ਰੋਵੀਜ਼ਨਸ ਜੋ ਕਿ ਸੈਕਸ਼ਨ 73 ਟੂ 99 ਤੱਕ ਕਵਰ ਕਰਦੇ ਨੇ ਅੰਡਰ ਦਾ ਸੋਸ਼ਲ ਸਿਕਿਉਰਿਟੀ ਕੋਡ 2020। ਇਹ ਸੈਕਸ਼ਨਸ ਖਾਸ ਤੌਰ ਤੇ EMPLOYEES ਨੂੰ ਇੰਜਰੀ, ਡਿਸੇਬਲਮੈਂਟ ਜਾਂ ਡੈਥ ਹੋਣ ਦੀ ਕੰਡੀਸ਼ਨ 'ਚ EMPLOYER ਦੀ ਲੀਗਲ ਰਿਸਪੌਂਸਿਬਿਲਿਟੀ ਫਿਕਸ ਕਰਦੇ ਨੇ। ਇਹ ਟੌਪਿਕ ਜੁਡੀਸ਼ਰੀ ਐਗਜ਼ਾਮਸ, LLM, UPSC ਲਾਅ, ਆਪਸ਼ਨਲ UGC ਨੈਟ, CLAT PG ਲਈ ਬਹੁਤ ਹੀ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਆਪਾਂ ਓਵਰਵਿਊ ਆਫ ਟੌਪਿਕ ਇੰਟਰੋਡਕਸ਼ਨ ਦੇਖਾਂਗੇ। ਇੰਟਰੋਡਕਸ਼ਨ। EMPLOYEES ਕੰਪਨਸੇਸ਼ਨ ਲਾਅ ਇੱਕ ਇੰਪੋਰਟੈਂਟ ਵੈਲਫੇਅਰ ਲੈਜਿਸਲੇਸ਼ਨ ਇਹ ਜੋ EMPLOYEE ਦੀ ਸੇਫਟੀ ਤੇ ਪ੍ਰੋਟੈਕਸ਼ਨ ਨੂੰ ਇਨਸ਼ੋਰ ਕਰਦਾ ਹੈ, ਖਾਸ ਤੌਰ ਤੇ ਜਦੋਂ ਕਿਸੇ EMPLOYEE ਨੂੰ ਜੌਬ ਦੇ ਦੌਰਾਨ ਕੋਈ ਇੰਜਰੀ, ਡਿਸੇਬਲਮੈਂਟ ਜਾਂ ਡੈਥ ਹੋ ਜਾਂਦੀ ਹੈ। ਇਹ ਪ੍ਰਿੰਸੀਪਲ ਅਸਲ 'ਚ ਵਰਕਮੈਨਸ ਕੰਪਨਸੇਸ਼ਨ ਐਕਟ 1923 'ਚ ਵੀ ਸੀ, ਪਰ ਸੋਸ਼ਲ ਸਿਕਿਉਰਿਟੀ ਕੋਡ 2020 ਦੇ ਵਿੱਚ ਇਸ ਨੂੰ ਸੈਕਸ਼ਨ 73 ਟੂ 99 'ਚ ਇਨਕਲੂਡ ਕੀਤਾ ਗਿਆ ਤਾਂ ਕਿ ਸਾਰੇ ਲੇਬਰ ਲਾਜ਼ ਸਟ੍ਰੀਮਲਾਈਨ ਹੋ ਜਾਣ। ਹੁਣ ਆਪਾਂ ਮੀਨਿੰਗ ਆਫ EMPLOYEES ਕੰਪਨਸੇਸ਼ਨ ਨੂੰ ਸਮਝਾਂਗੇ। EMPLOYEES ਕੰਪਨਸੇਸ਼ਨ ਦਾ ਮਤਲਬ ਹੈ ਜੇ ਕਿਸੇ EMPLOYEE ਨੂੰ ਆਪਣੀ ਡਿਊਟੀ ਟਾਈਮ 'ਚ ਜਾਂ ਕੰਮ ਕਰਨ ਦੇ ਦੌਰਾਨ ਕੋਈ ਇੰਜਰੀ, ਡਿਸੇਬਲਮੈਂਟ ਜਾਂ ਡੈਥ ਹੋ ਜਾਏ ਤਾਂ ਉਸ EMPLOYEE ਜਾਂ ਉਸ ਦੇ ਡਿਪੈਂਡੈਂਟ ਨੂੰ EMPLOYER ਵੱਲੋਂ ਕੁਝ ਫਾਈਨੈਂਸ਼ੀਅਲ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ। ਆਬਜੈਕਟਿਵਸ ਆਫ EMPLOYEES ਕੰਪਨਸੇਸ਼ਨ ਪ੍ਰੋਵੀਜ਼ਨ। ਫਸਟ, ਪ੍ਰੋਟੈਕਸ਼ਨ ਆਫ ਵਰਕਰਸ ਕੰਮ ਕਰਨ ਵਾਲੇ ਵਰਕਰਸ ਨੂੰ ਇਕਨੋਮਿਕ ਰਿਲੀਫ ਦੇਣਾ ਜਦੋਂ ਇੰਜਰੀ ਜਾਂ ਡੈਥ ਹੋ ਜਾਏ। ਸੈਕਿੰਡ, EMPLOYER ਲਾਇਬਿਲਿਟੀ ਫਿਕਸ ਕਰਨਾ। EMPLOYER ਰਿਸਪੌਂਸਿਬਲ ਹੁੰਦੇ ਆ ਵਰਕਰ ਦੀ ਸੇਫਟੀ ਲਈ। ਥਰਡ, ਸਪੀਡੀ ਜਸਟਿਸ ਇੱਕ ਸਿੰਪਲ ਲੀਗਲ ਮੈਕੈਨਿਜ਼ਮ ਜਿੱਥੇ ਵਰਕਰ ਬਿਨਾਂ ਕੋਰਟ ਜਾਏ ਕੰਪਨਸੇਸ਼ਨ ਲੈ ਸਕੇ। ਫੋਰਥ, ਪ੍ਰੀਵੈਂਸ਼ਨ ਆਫ ਐਕਸਪਲੋਇਟੇਸ਼ਨ ਵਰਕਰਸ ਨੂੰ ਆਪਣੇ ਰਾਈਟਸ ਬਾਰੇ ਅਵੇਅਰ ਕਰਨਾ। ਫਿਫਥ, ਲੀਗਲ ਕਲੈਰਿਟੀ ਕਲੀਅਰ ਪ੍ਰੋਵੀਜ਼ਨ ਬਣਾ ਕੇ ਡਿਸਪਿਊਟਸ ਅਵੋਇਡ ਕਰਨਾ। ਪਰਪਸ ਐਂਡ ਇੰਪੋਰਟੈਂਸ। ਫਸਟ, ਇਹ ਪ੍ਰੋਵੀਜ਼ਨ ਐਨਸ਼ੋਰ ਕਰਦਾ ਹੈ ਕਿ ਹਰ EMPLOYER ਆਪਣੇ EMPLOYEE ਦੀ ਸੇਫਟੀ ਲਈ ਜ਼ਿੰਮੇਦਾਰ ਰਹੇ। ਸੈਕਿੰਡ, ਜਦ ਤੱਕ ਇੰਜਰੀ ਹੋਣ ਦਾ ਰਿਸਕ ਹੋਵੇਗਾ ਕੰਪਨਸੇਸ਼ਨ ਦਾ ਫੇਅਰ EMPLOYER ਨੂੰ ਸੇਫਟੀ ਰੂਲਸ ਐਨਫੋਰਸ ਕਰਨ ਲਈ ਮਜਬੂਰ ਕਰੇਗਾ। ਥਰਡ, ਇੰਜਰਡ EMPLOYEE ਤੇ ਉਸ ਦੀ ਫੈਮਿਲੀ ਨੂੰ ਸਰਵਾਈਵਲ ਲਈ ਇਮੀਡੀਏਟ ਹੈਲਪ ਮਿਲ ਜਾਂਦੀ ਹੈ। ਫੋਰਥ, ਇੰਡਸਟਰੀਅਲ ਪੀਸ ਐਂਡ ਹਾਰਮਨੀ ਨੂੰ ਮੇਨਟੇਨ ਕਰਨ 'ਚ ਹੈਲਪ ਕਰਦਾ। ਸਟੂਡੈਂਟਸ, ਹੁਣ ਆਪਾਂ ਇਸ ਨੂੰ ਇੱਕ ਐਗਜ਼ਾਮਪਲ ਨਾਲ ਈਜ਼ੀ ਵਰਡ 'ਚ ਸਮਝਾਂਗੇ। ਐਗਜ਼ਾਮਪਲ, ਸਪੋਜ਼ ਰਾਮ ਇੱਕ ਫੈਕਟਰੀ 'ਚ ਮਸ਼ੀਨ ਆਪਰੇਟ ਕਰ ਰਿਹਾ ਸੀ। ਸਡਨਲੀ ਮਸ਼ੀਨ ਮੈਲ ਫੰਕਸ਼ਨ ਕਰ ਗਈ ਤੇ ਰਾਮ ਦੀ ਫਿੰਗਰ ਕੱਟ ਹੋ ਗਈ। ਇੰਜਰੀ ਡਿਊਟੀ ਦੇ ਦੌਰਾਨ ਹੋਈ। ਸੋ ਅੰਡਰ ਸੈਕਸ਼ਨ 73 EMPLOYER ਰਿਸਪੌਂਸਿਬਲ ਹੋਵੇਗਾ ਕੰਪਨਸੇਸ਼ਨ ਦੇਣ ਲਈ। ਇਸ ਐਗਜ਼ਾਮਪਲ ਨੂੰ ਹੁਣ ਤੱਕ ਤੁਹਾਨੂੰ ਕਾਫੀ ਕੁਝ ਸਮਝ 'ਚ ਆ ਗਿਆ ਹੋਵੇਗਾ ਕਿ ਆਪਾਂ ਹਰ ਇੱਕ ਸੈਕਸ਼ਨ ਨੂੰ ਡੀਟੇਲ ਵਿੱਚ ਸਮਝਾਂਗੇ। ਸੈਕਸ਼ਨ 73 ਟੂ 99। ਪਹਿਲਾਂ ਸੈਕਸ਼ਨ 73 EMPLOYERS ਲਾਇਬਿਲਿਟੀ ਆਫ ਫॉर ਕੰਪਨਸੇਸ਼ਨ। ਜਦੋਂ ਇੱਕ EMPLOYEE ਆਪਣੇ EMPLOYMENT ਦੀ ਡਿਊਟੀ ਕਰ ਰਿਹਾ ਹੋਵੇ ਤੇ ਉਸ ਨੂੰ ਇੰਜਰੀ ਜਾਂ ਡੈਥ ਹੋ ਜਾਏ ਤਾਂ EMPLOYER ਕੰਪਨਸੇਸ਼ਨ ਦੇਣ ਲਈ ਲਾਇਬਲ ਹੋਏਗਾ। ਮੇਨ ਪੁਆਇੰਟ, ਇੰਜਰੀ ਦੀ ਕੰਡੀਸ਼ਨ ਮਤਲਬ ਸਿਰਫ ਉਹੀ ਇੰਜਰੀ ਕਾਊਂਟ ਹੋਏਗੀ ਜੋ ਅਰਾਈਜ਼ਿੰਗ ਆਊਟ ਆਫ ਐਂਡ ਇਨ ਦਾ ਕੋਰਸ ਆਫ EMPLOYMENT ਹੋਈ ਹੋਵੇ। ਅਰਾਈਜ਼ਿੰਗ ਆਊਟ ਆਫ EMPLOYMENT ਮਤਲਬ ਕੰਮ ਦੇ ਨੇਚਰ ਕਰਕੇ ਇੰਜਰੀ ਹੋਈ। ਇਨ ਦਾ ਕੋਰਸ ਆਫ EMPLOYMENT ਮਤਲਬ ਡਿਊਟੀਜ਼ ਆਰਸ ਤੇ ਕੰਮ ਕਰਕੇ ਸਮੇਂ ਇੰਜਰੀ ਹੋਈ। ਡੈਥ ਜਾਂ ਪਰਮਾਨੈਂਟ ਡਿਸੇਬਲਮੈਂਟ ਦੀ ਕੇਸ ਵਿੱਚ 100% ਲਾਇਬਿਲਿਟੀ EMPLOYER ਦੀ ਹੋਵੇਗੀ। ਇਲਸਟ੍ਰੇਸ਼ਨ, ਜੇ ਕੰਸਟਰਕਸ਼ਨ ਵਰਕਰ ਰੂਫ ਤੇ ਕੰਮ ਕਰ ਰਿਹਾ ਹੋਵੇ ਤੇ ਗਿਰ ਕੇ ਇੰਜਰ ਹੋ ਜਾਵੇ ਤਾਂ ਇੰਜਰੀ ਕੰਮ ਦੇ ਕੋਰਸ 'ਚ ਆਈ, ਸੋ EMPLOYER ਲਾਇਬਲ ਹੋਏਗਾ EMPLOYEES ਨੂੰ ਕੰਪਨਸੇਸ਼ਨ ਦੇਣ ਲਈ ਉਸ ਇੰਜਰੀ ਦੇ ਲਈ। ਸੈਕਸ਼ਨ 74 ਕੰਪਨਸੇਸ਼ਨ ਨਾਟ ਟੂ ਬੀ ਡੁਪਲੀਕੇਟਡ ਕੌਨਸੈਪਟ। ਜੇ EMPLOYEE ਆਲਰੇਡੀ ESI ਸਕੀਮ ਜਾਂ ਹੋਰ ਸਕੀਮ ਤੋਂ ਬੈਨੀਫਿਟ ਲੈ ਚੁੱਕਾ ਹੈ ਤਾਂ ਉਹ ਡੁਪਲੀਕੇਟ ਕੰਪਨਸੇਸ਼ਨ ਨਹੀਂ ਲੈ ਸਕਦਾ। ਜੇ EMPLOYEE ਆਲਰੇਡੀ ESI ਸਕੀਮ ਅੰਡਰ ਜਾਂ ਕਿਸੇ ਹੋਰ ਲਾਅ ਅੰਡਰ ਇੰਜਰੀ ਲਈ ਕੰਪਨਸੇਸ਼ਨ ਜਾਂ ਬੈਨੀਫਿਟ ਲੈ ਰਿਹਾ ਹੈ ਤਾਂ ਉਹ ਸੇਮ ਇੰਜਰੀ ਲਈ ਦੂਜੀ ਕੰਪਨਸੇਸ਼ਨ ਨਹੀਂ ਲੈ ਸਕਦਾ। ਕੀ ਪੁਆਇੰਟ, ਇਸ ਦਾ ਪਰਪਸ ਹੈ ਡਬਲ ਬੈਨੀਫਿਟ ਦੀ ਪ੍ਰੀਵੈਂਸ਼ਨ। ਮਤਲਬ EMPLOYEE ਨੂੰ ਕੰਪਨਸੇਸ਼ਨ ਸਿਰਫ ਇੱਕ ਹੀ ਲਾਅ ਅੰਡਰ ਮਿਲੇਗਾ ਜਿੱਥੇ ਪਹਿਲਾਂ ਹੀ ਕਵਰ ਹੋ ਗਿਆ, ਦੂਜਾ ਕਲੇਮ ਰਿਜੈਕਟ ਹੋ ਸਕਦਾ ਹੈ। ਸੈਕਸ਼ਨ 75 ਅਮਾਊਂਟ ਆਫ ਕੰਪਨਸੇਸ਼ਨ ਮਤਲਬ ਕੰਪਨਸੇਸ਼ਨ ਦਾ ਅਮਾਊਂਟ ਕਿੱਦਾਂ ਕਾਊਂਟ ਹੁੰਦਾ ਹੈ, ਕਿੰਨੀ ਹੁੰਦੀ ਹੈ। ਇਨ ਕੇਸ ਆਫ ਡੈਥ 50% ਆਫ ਮੰਥਲੀ ਵੇਜਸ।
multiply relevant factor. In case of permanent total disablement, 60% of monthly wages multiply relevant factor. Relevant factor equals to table annexed in schedule 4th age wise multiplier. Minimum compensation equals to rupees 1,20,000 in case of death, rupees 1,40,000 in case of permanent disablement। मतलब ਘੱਟ ਤੋਂ ਘੱਟ ਇੰਨੀ ਕੰਪਨਸੇਸ਼ਨ ਮਿਲੂਗੀ, ਪਰ ਇਹ ਅਮਾਊਂਟ ਸਬਜੈਕਟ ਟੂ ਚੇਂਜ ਬਾय ਗਵਰਨਮੈਂਟ। ਮਤਲਬ ਗਵਰਨਮੈਂਟ ਇਸ ਅਮਾਊਂਟ ਨੂੰ ਚੇਂਜ ਕਰ ਸਕਦੀ ਹੈ। ਇਸ ਨੂੰ ਹੁਣ ਆਪਾਂ ਐਗਜ਼ਾਮਪਲ ਦੇ ਥਰੂ ਸਮਝਾਂਗੇ, ਕੋਈ ਚੰਗੀ ਤਰ੍ਹਾਂ ਕਲੀਅਰ ਹੋ ਜਾਵੇ। ਇਲਸਟ੍ਰੇਸ਼ਨ, ਇੱਕ ਐਮਪਲੋਈ ਜਿਸ ਦੀ ਏਜ 35 ਹੈ, ਉਸ ਦੀ ਮੰਥਲੀ ਵੇਜਸ ਰੁਪੀਜ਼ 10,000 ਹੈ। ਅਗਰ ਇਸ ਐਮਪਲੋਈ ਦੀ ਕੰਮ ਦੌਰਾਨ ਡੈਥ ਹੋ ਜਾਏ, ਮਤਲਬ ਇਨ ਡੈਥ ਕੇਸ, ਇਸ ਵਿੱਚ ਕੰਪਨਸੇਸ਼ਨ ਅਮਾਊਂਟ ਇਸ ਤਰ੍ਹਾਂ ਕੈਲਕੂਲੇਟ ਹੋਵੇਗਾ, 50% ਆਫ 10,000 ਇਜ਼ ਇਕੁਅਲ ਟੂ ਰੁਪੀਜ਼ 5,000। ਰੈਲੇਵੈਂਟ ਫੈਕਟਰ ਜੋ ਕਿ ਸਕੈਡਿਊਲ 4 ਵਿੱਚ ਏਜ ਦੇ ਅਕੋਰਡਿੰਗ ਦਿੱਤਾ ਗਿਆ ਹੈ, ਉਹ 197.06 ਫॉर ਏਜ 35, 197.06 ਹੈ। ਹੁਣ ਆਪਾਂ ਟੋਟਲ ਕੰਪਨਸੇਸ਼ਨ ਕਾਊਂਟ ਕਰਨ ਜਾ ਰਹੇ ਹਾਂ ਇਸ ਏਜ ਫੈਕਟਰ ਨੂੰ, ਜੋ ਅਮਾਊਂਟ ਆਪਾਂ ਉੱਪਰ ਮੰਥਲੀ ਵੇਜਸ ਨੂੰ ਡੈਥ ਦੇ ਕੇਸ ਨਾਲ ਕਾਊਂਟ ਕੀਤਾ ਸੀ, ਮਤਲਬ ਰੁਪੀਜ਼ 5,000 ਨਾਲ ਮਲਟੀਪਲਾਈ ਕਰਾਂਗੀ। ਇਸ ਤਰ੍ਹਾਂ ਕੰਪਨਸੇਸ਼ਨ ਇਕੁਅਲ ਟੂ ਰੁਪੀਜ਼ 5,000 multiply 197.06 equals to rupees 9,85,300। ਇਸ ਤਰ੍ਹਾਂ ਐਮਪਲੋਈ ਦਾ ਟੋਟਲ ਕੰਪਨਸੇਸ਼ਨ ਅਮਾਊਂਟ 9,85,300 ਨਿਕਲ ਆਇਆ ਹੈ। ਇਹ ਥੋੜਾ ਕੁਝ ਕਿ ਸਟੂਡੈਂਟ ਲਈ ਕਨਫਿਊਜ਼ਨ ਵਾਲਾ ਹੋ ਸਕਦਾ ਹੈ। ਤੁਸੀਂ ਇਲਸਟ੍ਰੇਸ਼ਨ ਨੂੰ ਇੱਕ ਵਾਰ ਧਿਆਨ ਨਾਲ ਦੇਖੋ ਦੁਬਾਰਾ। ਮੈਂ 2 ਮਿੰਟ ਦਾ ਪੌਜ਼ ਲੈਣੀ ਹਾਂ। Section 76, Distribution of Compensation for Death Cases। Compensation direct dependent wife, children, parents ਨੂੰ ਮਿਲਣੀ ਚਾਹੀਦੀ ਹੈ। ਕਮਿਸ਼ਨਰ ਦੇ ਥਰੂ ਪੇਮੈਂਟ ਮੈਂਡੇਟਰੀ ਹੈ। ਐਮਪਲੋਇਰ ਨੂੰ ਡਿਪੈਂਡਸ ਨੂੰ ਪਰਸਨਲੀ ਪੈਸਾ ਨਹੀਂ ਦੇਣਾ ਚਾਹੀਦਾ ਬਿਨਾਂ ਕਮਿਸ਼ਨਰ ਦੀ ਅਪਰੂਵਲ ਦੇ। ਸੈਕਸ਼ਨ 77, ਨੋਟਿਸ ਐਂਡ ਕਲੇਮ ਨੋਟਿਸ ਦੀ ਜ਼ਰੂਰਤ। ਇੰਜਰਡ ਐਮਪਲੋਈ ਨੂੰ ਰੀਜ਼ਨੇਬਲ ਟਾਈਮ ਵਿੱਚ ਐਮਪਲੋਇਰ ਨੂੰ ਇੰਜਰੀ ਦੀ ਨੋਟਿਸ ਦੇਣੀ ਚਾਹੀਦੀ ਹੈ। ਐਕਸੈਪਸ਼ਨ, ਡੈਥ ਕੇਸਿਸ 'ਚ ਨੋਟਿਸ ਦੀ ਕੰਡੀਸ਼ਨ ਰਿਲੈਕਸ ਕਰ ਦਿੱਤੀ ਜਾਂਦੀ ਹੈ। ਕਲੇਮ ਟਾਈਮ ਲਿਮਿਟ, NTK ਵੀ ਆਪਾਂ ਕਿੰਨਾ ਟਾਈਮ ਵਿੱਚ ਕੰਪਨਸੇਸ਼ਨ ਕਲੇਮ ਕਰ ਸਕਦੇ ਹਾਂ। ਵਿਦਿਨ 2 years ਫਰੋਮ ਦਾ ਡੇਟ ਆਫ ਐਕਸੀਡੈਂਟ ਔਰ ਡੈਥ। ਡੀਲੇ ਜਸਟੀਫਾਈਡ ਕਰਨ ਲਈ ਕਮਿਸ਼ਨਰ ਦੀ ਪਾਵਰ ਹੈ। ਸੈਕਸ਼ਨ 78, ਮੈਡੀਕਲ ਐਗਜ਼ਾਮੀਨੇਸ਼ਨ ਰੂਲ। ਐਮਪਲੋਇਰ ਇੰਜਰਡ ਐਮਪਲੋਈ ਨੂੰ ਮੈਡੀਕਲ ਐਗਜ਼ਾਮੀਨੇਸ਼ਨ ਲਈ ਕਹਿ ਸਕਦੇ ਹੈ। ਜੇ ਐਮਪਲੋਈ ਮਨਾ ਕਰਦਾ ਹੈ ਤਾਂ ਤੁਸੀਂ ਉਸ ਦੀ ਕੰਪਨਸੇਸ਼ਨ ਸਸਪੈਂਡ ਹੋ ਸਕਦੀ ਹੈ। ਪਰਪਸ, ਐਨਸ਼ੋਰ ਕਲੇਮ ਜੈਨੂਇਨ ਹੈ ਜਾਂ ਨਹੀਂ, ਮਤਲਬ ਐਗਜ਼ਾਮੀਨੇਸ਼ਨ ਇਸ ਚੀਜ਼ ਨੂੰ ਚੈੱਕ ਕਰਨ ਲਈ ਹੁੰਦਾ ਹੈ ਕਿ ਇੰਜਰੀ ਜੈਨੂਇਨ ਮਤਲਬ ਸੱਚੀ ਹੋਈ ਹੈ ਜਾਂ ਨਹੀਂ ਵਰਕ ਕਰਨ ਦੇ ਦੌਰਾਨ। ਸੈਕਸ਼ਨ 79, ਕੰਟਰੈਕਟਿੰਗ ਲਾਇਬਿਲਿਟੀ ਐਕਸਟੈਂਸ਼ਨ। ਜੇ ਕੰਮ ਕੰਟਰੈਕਟਰ ਦੇ ਥਰੂ ਹੋ ਰਿਹਾ ਤੇ ਵਰਕਰ ਨੂੰ ਇੰਜਰੀ ਹੋਵੇ ਤਾਂ ਪ੍ਰਿੰਸੀਪਲ ਐਮਪਲੋਇਰ ਲਾਇਬਲ ਹੋਵੇਗਾ। ਵਰਕਰ ਡਾਇਰੈਕਟਲੀ ਕੰਟਰੈਕਟਰ ਨਾਲ ਕੰਮ ਕਰ ਰਿਹਾ ਹੋਵੇ ਤਾਂ ਵੀ ਜੋ ਕੰਮ ਅਸਾਈਨ ਕੀਤਾ ਗਿਆ ਐਮਪਲੋਇਰ ਦੀ ਸਕੋਪ ਵਿੱਚ ਆਉਂਦਾ ਹੈ, ਮਤਲਬ ਕੰਟਰੈਕਟਰ ਲਾਇਬਲ ਨਹੀਂ ਹੋਵੇਗਾ ਇਹਨਾਂ ਕੇਸਿਸ ਵਿੱਚ ਜਿੱਥੇ ਐਮਪਲੋਇਰ ਡਾਇਰੈਕਟਲੀ ਔਰ ਇਨਡਾਇਰੈਕਟ ਇਨਵੋਲਵ ਹੋਵੇ। ਸੈਕਸ਼ਨ 80, ਰੈਮੇਡੀਜ਼ ਨਾਟ ਅਫੈਕਟਡ ਐਮਪਲੋਈ ਨੂੰ ਹੋਰ ਲਾਜ਼, ਟੋਰਟ ਇੰਸ਼ੋਰੈਂਸ ਐਕਸੈਟਰਾ ਦੇ ਤਹਿਤ ਰੈਮੇਡੀਜ਼ ਅਵੇਲੇਬਲ ਰਹਿੰਦੇ ਨੇ। ਕੰਪਨਸੇਸ਼ਨ ਕਲੇਮ ਕਰਨ ਇਹ ਨਹੀਂ ਕਹਿੰਦਾ ਕਿ ਐਮਪਲੋਈ ਆਪਣੇ ਹੋਰ ਰਾਈਟਸ ਵੇਵ ਕਰਦੇ, ਮਤਲਬ ਹੋਰ ਰਾਈਟਸ ਛੱਡ ਦੇਵੇ। ਸੈਕਸ਼ਨ 81, ਪਾਵਰਸ ਆਫ ਕੰਪੀਟੈਂਟ ਅਥਾਰਟੀ। ਕਮਿਸ਼ਨਰ ਦੀ ਪਾਵਰ ਸਿਵਲ ਕੋਰਟ ਦੇ ਇਕੁਇਵੇਲੈਂਟ ਨੇ, ਮਤਲਬ ਬਰਾਬਰ ਨੇ। ਕਮਿਸ਼ਨਰ ਐਵੀਡੈਂਸ ਰਿਕਾਰਡ ਕਰ ਸਕਦੇ ਆ, ਵਿਟਨੈਸ ਬੁਲਾ ਸਕਦੇ ਆ, ਇਨਕੁਆਇਰੀ ਇਨੀਸ਼ੀਏਟ ਕਰ ਸਕਦੇ ਆ। ਇਨਕੁਆਇਰੀ ਸਮਰੀ ਪ੍ਰੋਸੀਜਰ ਦੇ ਥਰੂ ਹੋਵੇਗੀ। ਸੈਕਸ਼ਨ 82, ਅਪੀਲ। ਹਾਈ ਕੋਰਟ 'ਚ ਅਪੀਲ ਸਿਰਫ ਸਬਸਟੈਂਸ਼ੀਅਲ ਕੁਐਸਚਨ ਆਫ ਲਾਅ 'ਤੇ ਹੀ ਹੋਵੇਗੀ। ਟਾਈਮ ਲਿਮਿਟ ਇਕੁਅਲਸ ਟੂ 60 days। ਅਪੀਲ ਅਮਾਊਂਟ ਇਕੁਅਲਸ ਟੂ ਰੁਪੀਜ਼ 10,000 ਜਾਂ ਉਸ ਤੋਂ ਜ਼ਿਆਦਾ ਦੀ ਕੰਪਨਸੇਸ਼ਨ ਹੋਵੇ ਤਾਂ ਹੀ ਅਪੀਲ ਲਾਈ ਕਰ ਸਕਦੇ ਹੋ ਹਾਈ ਕੋਰਟ ਵਿੱਚ। ਸੈਕਸ਼ਨ 83, ਰਜਿਸਟ੍ਰੇਸ਼ਨ ਆਫ ਅਗਰੀਮੈਂਟ। ਜੇ ਐਮਪਲੋਇਰ ਤੇ ਐਮਪਲੋਈ ਅਗਰੀਮੈਂਟ ਕਰਦੇ ਨੇ ਫੋਰ ਕੰਪਨਸੇਸ਼ਨ ਪੇਮੈਂਟ ਤਾਂ ਕਮਿਸ਼ਨਰ ਦੇ ਥਰੂ ਰਜਿਸਟ੍ਰੇਸ਼ਨ ਮੈਂਡੇਟਰੀ ਆ। ਜੇ ਅਗਰੀਮੈਂਟ ਜੈਨੂਇਨ ਨਹੀਂ ਹੋਵੇ ਤਾਂ ਕਮਿਸ਼ਨਰ ਰਿਜੈਕਟ ਕਰ ਸਕਦੇ ਆ।
Section 84 reference to competent ਅਥਾਰਟੀ ਕਿਸੇ ਵੀ ਡਿਸਪਿਊਟ ਲਈ ਜਿਵੇਂ ਕਿ ਲਾਇਬਿਲਿਟੀ ਅਮਾਊਂਟ ਡਿਪੈਂਡੈਂਟ ਸਟੇਟਸ ਕਮਿਸ਼ਨਰ ਨੂੰ ਰੈਫਰੈਂਸ ਕਰਨਾ ਹੋਵੇਗਾ। ਸੈਕਸ਼ਨ 85 ਪ੍ਰੋਸੀਜਰ ਐਂਡ ਪਾਵਰਸ ਆਫ ਕਮਿਸ਼ਨਰ ਇਨਕੁਆਇਰੀ ਲਈ ਪਾਵਰ ਮਿਲਦੇ ਨੇ। ਸਮਨਿੰਗ ਵਿਟਨਸ ਡਾਕੂਮੈਂਟ ਐਵੀਡੈਂਸ ਐਕਸਪਾਰਟ ਆਰਡਰ ਜਦੋਂ ਕੋਈ ਪਾਰਟੀ ਅਪੀਅਰ ਨਾ ਹੋਵੇ। ਕਮਿਸ਼ਨਰ ਦੀ ਪਾਵਰ ਸਿਮਿਲਰ ਟੂ ਸਿਵਲ ਕੋਰਟ ਅੰਡਰ CPC। ਸੈਕਸ਼ਨ 86 ਪੈਨਲਟੀਜ਼ ਜੇ ਐਮਪਲੋਇਰ ਇੰਟੈਂਸ਼ਨਲੀ ਡਿਫਾਲਟ ਕਰਦੇ ਨੇ ਤਾਂ ਉਸ 'ਤੇ ਫਾਈਨ ਜਾਂ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਪ੍ਰੈਸਕ੍ਰਾਈਬਡ। ਸੈਕਸ਼ਨ 87 ਰਿਕਵਰੀ ਕਮਿਸ਼ਨਰ ਆਰਡਰ ਕਰਕੇ ਕੰਪਨਸੇਸ਼ਨ ਦੀ ਰਿਕਵਰੀ ਕਰਾ ਸਕਦੇ ਆ ਐਜ਼ ਅਰੀਅਰਸ ਆਫ ਲੈਂਡ ਰਿਵੈਨਿਊ। ਸੈਕਸ਼ਨ 88 ਪਾਵਰ ਟੂ ਵਿਦਹੋਲਡ ਕੰਪਨਸੇਸ਼ਨ ਜੇ ਕਲੇਮੈਂਟ ਗਲਤ ਤਰੀਕੇ ਨਾਲ ਜਾਂ ਫਰਾਡ ਨਾਲ ਕੰਪਨਸੇਸ਼ਨ ਲਈ ਟਰਾਈ ਕਰ ਰਹੇ ਹੈ ਤਾਂ ਕਮਿਸ਼ਨਰ ਸਟਾਪ ਕਰ ਸਕਦੇ ਆ। ਸੈਕਸ਼ਨ 89 ਪਾਵਰ ਟੂ ਮੇਕ ਰੂਲ ਸੈਂਟਰਲ ਸਟੇਟ ਗਵਰਨਮੈਂਟ ਨੂੰ ਰਾਈਟ ਹੈ ਕਿ ਰੂਲਸ ਬਣਾ ਸਕੇ ਫੋਰ ਮੈਡੀਕਲ ਚੈੱਕਅਪਸ ਪੇਮੈਂਟ ਮੈਥਡ ਕਮਿਸ਼ਨਰ ਪ੍ਰੋਸੀਜਰ ਅਪੀਲਸ ਐਕਸੈਟਰਾ। ਮਿਸਲੇਨੀਅਸ ਪਾਰਟ ਸੈਕਸ਼ਨ 90 to 99। ਸੈਕਸ਼ਨ 90 ਬਾਰ ਆਫ ਸਿਵਲ ਕੋਰਟ ਕੰਪਨਸੇਸ਼ਨ ਕੇਸਿਸ 'ਚ ਇੰਟਰਫੇਅਰ ਨਹੀਂ ਕਰ ਸਕਦੀ, ਸਿਰਫ ਕਮਿਸ਼ਨਰ ਦੇ ਕੋਲ ਅਥਾਰਟੀ ਹੈ। ਸੈਕਸ਼ਨ 91 ਰਿਪੀਲ ਐਂਡ ਸੇਵਿੰਗਸ ਵਰਕਮੈਨ ਕੰਪਨਸੇਸ਼ਨ ਐਕਟ 1923 ਨੂੰ ਰਿਪੀਲ ਕਰ ਦਿੱਤਾ ਗਿਆ। ਪੁਰਾਣੇ ਕੇਸਿਸ ਰਾਈਟਸ ਲਾਇਬਿਲਿਟੀ ਸੇਫ ਨੇ। ਸੈਕਸ਼ਨ 92 ਐਗਜ਼ੈਂਪਸ਼ਨਸ ਗਵਰਨਮੈਂਟ ਕੁਝ ਐਸਟੈਬਲਿਸ਼ਮੈਂਟ ਨੂੰ ਐਗਜ਼ੈਂਪਟ ਕਰ ਸਕਦੀ ਹੈ ਜਿੱਥੇ ਆਲਰੇਡੀ ਬੈਟਰ ਸਕੀਮਸ ਨੇ। ਸੈਕਸ਼ਨ 93 ਗਵਰਨਮੈਂਟ ਸਰਵੈਂਟਸ ਐਂਡ ਆਰਮਡ ਫੋਰਸਿਸ ਗਵਰਨਮੈਂਟ ਨੋਟੀਫਾਈ ਕਰ ਸਕਦੀ ਹੈ ਕਿ ਕੋਡ ਆਰਮਡ ਫੋਰਸਿਸ ਤੇ ਗਵਰਨਮੈਂਟ ਐਮਪਲੋਈਜ਼ ਤੇ ਕਿਵੇਂ ਅਪਲਾਈ ਕਰਨਗੇ ਜਾਂ ਨਹੀਂ ਕਰਨਗੇ। ਪਰਪਸ ਸਪੈਸ਼ਲ ਲਾਜ਼ ਆਰਮੀ ਐਕਟ ਸਿਵਲ ਸਰਵਿਸ ਰੂਲ ਨਾਲ ਸੋਸ਼ਲ ਸਿਕਿਉਰਿਟੀ ਕੋਡ ਦੀ ਪ੍ਰੋਵੀਜ਼ਨ ਦਾ ਕਨਫਲਿਕਟ ਅਵੋਇਡ ਕਰਨਾ। ਐਗਜ਼ਾਮਪਲ ਇੰਡੀਅਨ ਆਰਮੀ ਦਾ ਜਵਾਨ ਇੰਜਰੀ ਕੇਸ ਵਿੱਚ CCS ਰੂਲਸ ਐਪਲੀਕੇਬਲ ਹੋਣਗੇ ਨਾ ਕਿ ਸੋਸ਼ਲ ਸਿਕਿਉਰਿਟੀ ਕੋਡ ਅਨਲੈਸ ਗਵਰਨਮੈਂਟ ਸਪੈਸੀਫਾਈ ਕਰੇ। ਸੈਕਸ਼ਨ 94 ਮਾਈਨਸ ਐਂਡ ਆਇਲ ਫੀਲਡਸ ਮਾਈਨਸ ਵਰਕਰਸ ਤੇ ਕੋਡ ਅਪਲਾਈ ਹੋਵੇਗਾ ਜਦੋਂ ਤੱਕ ਕੋਈ ਕਨਫਲਿਕਟ ਨਾ ਹੋਵੇ ਸਪੈਸ਼ਲ ਲਾਜ਼ ਨਾਲ। ਸੈਕਸ਼ਨ 95 ਸੀਮੈਨ ਐਂਡ ਏਅਰਕ੍ਰਾਫਟ ਕਰੂ ਸ਼ਿਪ ਐਂਡ ਏਅਰਕ੍ਰਾਫਟ ਕਰੂ ਲਈ ਸਪੈਸ਼ਲ ਕਵਰੇਜ ਪ੍ਰੋਵਾਈਡ ਕਰਦੇ ਆ। ਸੈਕਸ਼ਨ 96 ਮੋਟਰ ਟਰਾਂਸਪੋਰਟ ਵਰਕਰਸ ਬੱਸ ਟਰੱਕ ਡਰਾਈਵਰਸ ਲੋਡਰਸ ਐਕਸੈਟਰਾ ਨੂੰ ਵੀ ਕੰਪਨਸੇਸ਼ਨ ਪ੍ਰੋਟੈਕਸ਼ਨ ਮਿਲੂ। ਸੈਕਸ਼ਨ 97 ਪਾਵਰ ਟੂ ਰਿਮੂਵ ਡਿਫਿਕਲਟੀਜ਼ ਅਗਰ ਕੋਡ ਨੂੰ ਲਾਗੂ ਕਰਨ 'ਚ ਕੋਈ ਦਿੱਕਤ ਆਈ ਤਾਂ ਸੈਂਟਰਲ ਗਵਰਨਮੈਂਟ 2 ਸਾਲ ਤੱਕ ਆਰਡਰ ਪਾਸ ਕਰਕੇ ਇਸ਼ੂ ਕਲੀਅਰ ਕਰ ਸਕਦੀ ਹੈ। ਪਰਪਸ ਕੋਡ ਦੀ ਸਮੂਥ ਇੰਪਲੀਮੈਂਟੇਸ਼ਨ ਲਈ ਐਡਮਿਨਿਸਟ੍ਰੇਟਿਵ ਪਾਵਰ ਦੇਣਾ। ਐਗਜ਼ਾਮਪਲ ਜੇ ਕਿਸੇ ਸੈਕਸ਼ਨ ਦੀ ਲੈਂਗੁਏਜ ਅਨਕਲੀਅਰ ਹੋਵੇ ਤਾਂ ਕਨਫਿਊਜ਼ਨ ਹੋਏ ਗਵਰਨਮੈਂਟ ਨੋਟੀਫਿਕੇਸ਼ਨ ਜਾਰੀ ਕਰਕੇ ਕਲੈਰੀਫਾਈ ਕਰ ਸਕਦੀ ਹੈ। ਸੈਕਸ਼ਨ 98 ਪਾਵਰ ਟੂ ਮੇਕ ਰੂਲਸ ਸੈਂਟਰਲ ਸਟੇਟ ਗਵਰਨਮੈਂਟ ਰੂਲਸ ਬਣਾ ਸਕਦੀ ਹੈ ਜਿਵੇਂ ਕਿ ਫਾਰਮਸ ਨੋਟਿਸਸ ਪ੍ਰੋਸੀਜਰ ਐਕਸੈਟਰਾ। ਐਗਜ਼ਾਮਪਲ ਸਟੇਟ ਗਵਰਨਮੈਂਟ ਰੂਲ ਬਣਾ ਸਕਦੀ ਹੈ ਕਿ ਇੰਜਰੀ ਨੋਟਿਸ 10 ਦਿਨ ਤੱਕ ਲਿਖਿਤ ਫਾਰਮ ਵਿੱਚ ਦਿੱਤਾ ਜਾਵੇ। ਸੈਕਸ਼ਨ 99 ਰੂਲਸ ਟੂ ਬੀ ਲੇਡ ਬਿਫੋਰ ਪਾਰਲੀਮੈਂਟ ਗਵਰਨਮੈਂਟ ਜੋ ਵੀ ਰੂਲਸ ਬਣਾਵੇਗੀ ਉਹ ਪਾਰਲੀਮੈਂਟ 'ਚ ਰੱਖਣੇ ਕੰਪਲਸਰੀ ਨੇ। ਅਕਾਊਂਟੇਬਿਲਿਟੀ ਤੇ ਟਰਾਂਸਪੇਰੈਂਸੀ ਇਨਸ਼ੋਰ ਹੋਵੇ ਜੇ ਗਵਰਨਮੈਂਟ ਰੂਲ ਬਣਾਵੇ ਕਿ ਕੰਪਨਸੇਸ਼ਨ ਇਲੈਕਟ੍ਰੋਨਿਕ ਮੋਡ 'ਚ ਟਰਾਂਸਫਰ ਹੋਵੇ ਤਾਂ ਇਹ ਰੂਲ ਪਾਰਲੀਮੈਂਟ 'ਚ ਰੱਖਿਆ ਜਾਵੇਗਾ ਫॉर ਅਪਰੂਵਲ। ਲੈਂਡਮਾਰਕ ਕੇਸ ਲਾਜ਼ ਪ੍ਰਤਾਪ ਨਰਾਇਣ ਸਿੰਘ ਦਿਓ ਵਰਸਸ ਸ਼੍ਰੀਨਿਵਾਸ ਸਬਾਤਾ 1976 ਸੁਪਰੀਮ ਕੋਰਟ ਨੇ ਕਿਹਾ ਕਿ ਇੰਜਰੀ ਡਿਊਟੀ ਟਾਈਮ ਵਿੱਚ ਹੋਈ ਤਾਂ ਇੰਪਲੋਇਰ ਆਟੋਮੈਟਿਕ ਲਾਇਬਲ ਹੋਵੇਗਾ ਕੰਪਨਸੇਸ਼ਨ ਦੇਣ ਲਈ। ਇੰਜਰਡ ਵਰਕਰਸ ਨੂੰ ਨੈਗਲੀਜੈਂਸ ਪ੍ਰੂਵ ਕਰਨ ਦੀ ਲੋੜ ਨਹੀਂ ਲਾਇਬਿਲਿਟੀ ਨੋ ਫਾਲਟ ਪ੍ਰਿੰਸੀਪਲ ਤੇ ਬੇਸਡ ਹੈ। ਰਾਜਕੁਮਾਰ ਵਰਸਸ ਯੂਨੀਅਨ ਆਫ ਇੰਡੀਆ 2014 ਕੋਰਟ ਨੇ ਕਿਹਾ ਕਿ ਡਿਸਏਬਿਲਿਟੀ ਸਿਰਫ ਮੈਡੀਕਲ ਪਰਸੈਂਟੇਜ ਨਾਲ ਨਹੀਂ ਬਲਕਿ ਕਮਾਈ ਤੇ ਹੋਣ ਵਾਲੇ ਅਸਰ ਦੇ ਬੇਸ ਤੇ ਕੈਲਕੂਲੇਟ ਕਰਨੀ ਚਾਹੀਦੀ ਹੈ। ਕੰਪਨਸੇਸ਼ਨ ਐਕਚੁਅਲ ਇਨਕਮ ਲਾਸ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ। GM ਬੈਸਟ ਵਰਸਸ ਅਗਨੇਸ 1964 ਸੁਪਰੀਮ ਕੋਰਟ ਨੇ ਕਿਹਾ ਕਿ ਕੰਪਨਸੇਸ਼ਨ 'ਚ ਡੀਲੇ ਇਲੀਗਲ ਹੈ ਤੇ ਐਮਪਲੋਈਜ਼ ਦੇ ਰਾਈਟ ਨੂੰ ਵਾਇਲੇਟ ਕਰਦੇ ਆ। ਤੇਜ਼ੀ ਨਾਲ ਤੇ ਫੇਅਰ ਪੇਮੈਂਟ ਦੇਣਾ ਐਮਪਲੋਇਰ ਦੀ ਡਿਊਟੀ ਹੈ। ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਰਿਲੇਟਿਡ ਟੂ ਐਮਪਲੋਈਜ਼ ਕੰਪਨਸੇਸ਼ਨ ਸਟੂਡੈਂਟਸ ਆਪਾਂ ਇਹਨਾਂ ਆਰਟੀਕਲਸ ਨੂੰ ਥੋੜ੍ਹੀ ਜਿਹੀ ਡਿਟੇਲ 'ਚ ਸਮਝਾਂਗੇ ਸੋ ਸਾਰੇ ਪੁਆਇੰਟ ਕਲੀਅਰ ਹੋ ਜਾਣ। ਪਰ ਤੁਹਾਡੇ ਲਈ ਐਗਜ਼ਾਮ ਵਿੱਚ ਲਿਖਣ ਲਈ ਮੈਂ ਇੱਕ ਓਵਰਵਿਊ ਸਮਰੀ ਪ੍ਰੋਵਾਈਡ ਕਰ ਦੂੰਗੀ ਮਤਲਬ ਕਰੈਕਸ ਔਰ ਮੇਨ ਪੁਆਇੰਟ।
Article 21 Right to life and personal liberty. No person shall be deprived of his life of personal liberty except according to procedure established by law. Explanation. ਇਹ ਆਰਟੀਕਲ ਸਿਰਫ ਜਿੰਦਾ ਰਹਿਣ ਦਾ ਨਹੀਂ, ਡਿਗਨਿਟੀ ਨਾਲ ਜੀਵਨ ਜੀਣ ਦਾ ਹੱਕ ਵੀ ਦਿੰਦਾ ਹੈ। ਇੰਜਰੀ ਜਾਂ ਡਿਸੇਬਲਮੈਂਟ ਵਰਕਰ ਦੀ ਲਾਈਫ ਤੇ ਡਾਇਰੈਕਟਲੀ ਅਫੈਕਟ ਕਰਦੇ ਨੇ, ਇਸ ਕਰਕੇ ਕੰਪਨਸੇਸ਼ਨ ਉਹਨਾਂ ਦੀ ਡਿਗਨਿਟੀ ਪ੍ਰੋਟੈਕਟ ਕਰਦਾ ਜ਼ਰੂਰੀ ਹਿੱਸਾ ਬਣ ਜਾਂਦਾ ਹੈ। ਆਰਟੀਕਲ 38 state to secure a social order for promotion of welfare of the people. The state shall strive to promote the welfare of the people by securing and protecting a social order. Explanation. ਇਹ ਆਰਟੀਕਲ ਸਟੇਟ ਨੂੰ ਡਿਊਟੀ ਦਿੰਦਾ ਹੈ ਕਿ ਉਹ ਸੋਸ਼ਲ ਸਿਕਿਉਰਿਟੀ ਸਿਸਟਮ ਬਣਾਵੇ ਜਿੱਥੇ ਇਕਨੋਮਿਕ ਜਸਟਿਸ ਤੇ ਇਕੁਐਲਿਟੀ ਪ੍ਰਮੋਟ ਹੋਵੇ। ਐਮਪਲੋਈਜ਼ ਕੰਪਨਸੇਸ਼ਨ ਦਾ ਸਿਸਟਮ ਇਸ ਆਬਜੈਕਟਿਵ ਨੂੰ ਸਰਵ ਕਰਦਾ ਹੈ। Article 39 E and F Directive Principle of State Policy E Ensure health and strength of workers. F Children and youth are protected against exploitation. Explanation. Worker ਦੀ health safety ਤੇ ਉਹਨਾਂ ਦੀ protection ensure ਕਰਨਾ state ਦੀ ਜ਼ਿੰਮੇਵਾਰੀ ਹੈ। Compensation laws ensure ਕਰਦੇ ਨੇ ਕਿ employees injury death ਦੀ condition ਵਿੱਚ economic distress ਚ ਨਾ ਜਾਵਣ। Article 41 Right to work, education and public assistance in cases of unemployment, old age, sickness and disablement. The state shall within the limits of its economic capacity and development make effective provision for securing the right to work, education and public assistance in case of disablement. Explanation. Disablement ਤੋਂ ਬਾਅਦ ਜੇ employee ਕੰਮ ਨਹੀਂ ਕਰ ਸਕਦਾ ਤਾਂ ਆਰਟੀਕਲ 41 ਦੀ ਰੋਸ਼ਨੀ 'ਚ ਉਸਨੂੰ ਪਬਲਿਕ ਅਸਿਸਟੈਂਸ ਮਿਲਣੀ ਚਾਹੀਦੀ ਹੈ ਜੋ ਕੰਪਨਸੇਸ਼ਨ ਫਰੇਮਵਰਕ ਅੰਡਰ ਇਨਸ਼ੋਰ ਕੀਤੀ ਜਾਂਦੀ ਹੈ। Article 42 Provision for just and humane condition of work and maternity relief. The state shall make provision for securing just and humane conditions of work. Explanation. Safe working environment ਤੇ fair treatment employee ਦਾ basic ਹੱਕ ਹੈ। ਇੰਜਰੀ ਹੋਈ ਤਾਂ ਕੰਪਨਸੇਸ਼ਨ ਪ੍ਰੋਵਾਈਡ ਕਰਨਾ ਵੀ ਜਸਟ ਐਂਡ ਹਿਊਮਨ ਕੰਡੀਸ਼ਨ ਦਾ ਪਾਰਟ ਹੋਵੇਗਾ। ਆਰਟੀਕਲ 43 ਲਿਵਿੰਗ ਵੇਜ ਐਕਸੈਟਰਾ ਫॉर ਵਰਕਰਸ। The state shall endeavor to secure a living wage and condition of work, ensuring a decent standard of life and full enjoyment of leisure. ਐਕਸਪਲੇਨੇਸ਼ਨ। ਇੰਜਰੀ ਤੋਂ ਬਾਅਦ ਜੇ ਵਰਕਰ ਅਰਨਿੰਗ ਕਪੈਸਿਟੀ ਲੂਜ਼ ਕਰ ਜਾਏ ਤਾਂ ਕੰਪਨਸੇਸ਼ਨ ਪ੍ਰੋਵਾਈਡ ਕਰਕੇ ਉਸਨੂੰ ਡੀਸੈਂਟ ਸਟੈਂਡਰਡ ਆਫ ਲਾਈਫ ਮੇਨਟੇਨ ਕਰਨ 'ਚ ਹੈਲਪ ਮਿਲਦੀ ਹੈ। ਹੁਣ ਆਪਾਂ ਇਹਨਾਂ ਆਰਟੀਕਲਸ ਦੀ ਸਮਰੀ ਦੇਖਾਂਗੇ ਈਜ਼ੀ ਨੋਟਸ। ਆਰਟੀਕਲ 21 ਰਾਈਟ ਟੂ ਲਾਈਫ ਮਤਲਬ ਕੰਪਨਸੇਸ਼ਨ ਇਨਸ਼ੋਰ ਕਰਦਾ ਡਿਗਨਿਟੀ ਆਫਟਰ ਇੰਜਰੀ। ਆਰਟੀਕਲ 38 ਵੈਲਫੇਅਰ ਆਫ ਪੀਪਲ ਸੋਸ਼ਲ ਜਸਟਿਸ ਥਰੂ ਕੰਪਨਸੇਸ਼ਨ। Article 39 E and F Worker safety, health and protection from exploitation. Article 41 Public assistance compensation as financial support in disablement. Article 42 Humane work condition include duty to compensate in unsafe incidents. Article 43 Living wage post injury support to maintain living standards. Conclusion. Employees compensation provision under Social Security Code 2020 not only protect workers but also encourage employers to maintain safe environments. ਇਹ ਇੱਕ ਵੈਲਫੇਅਰ ਓਰੀਐਂਟਡ ਲਾਅ ਹੈ ਜਿੱਥੋਂ ਐਮਪਲੋਇਰ ਦੀ ਲੀਗਲ ਰਿਸਪੌਂਸਿਬਿਲਿਟੀ ਫਿਕਸ ਕੀਤੀ ਜਾਂਦੀ ਹੈ ਵਿਦਆਊਟ ਡਰੈਗਿੰਗ ਐਮਪਲੋਈਜ਼ ਇਨਟੂ ਲੌਂਗ ਲਿਟੀਗੇਸ਼ਨ। ਇੰਡਸਟਰੀਅਲ ਹਾਰਮਨੀ ਤੇ ਡਿਗਨਿਟੀ ਆਫ ਲੇਬਰ ਅਪਹੋਲਡ ਕਰਨ 'ਚ ਕੋਡ ਕਰੂਸ਼ੀਅਲ ਰੋਲ ਪਲੇ ਕਰਦੇ ਆ। ਇਹ ਸੀ ਡੀਟੇਲ ਲੈਕਚਰ ਔਨ ਐਮਪਲੋਈਜ਼ ਕੰਪਨਸੇਸ਼ਨ ਐਕਟ ਸੈਕਸ਼ਨ 73 to 99। ਅਗਰ ਤੁਸੀਂ ਹੋਰ ਲਾਅ ਲੈਕਚਰ ਬਾਰੇ ਐਕਟ ਐਨਾਲਾਈਜ਼ਸ ਤੇ ਇੰਪੋਰਟੈਂਟ ਕੇਸ ਲਾਅ ਦੇ ਲੈਕਚਰ ਵੀਡੀਓ ਵਿਦ ਨੋਟਸ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰੋ ਚੈਨਲ ਲਾਅ ਯੂਨੀਵਰਸ। ਮਿਲਦੇ ਹਾਂ ਅਗਲੇ ਲੈਕਚਰ 'ਚ। ਸਟੇ ਬਲੈਸਡ ਸਟੂਡੈਂਟਸ। ਤੁਸੀਂ ਆਪਣਾ ਫੀਡਬੈਕ ਕਮੈਂਟਸ ਵਿੱਚ ਜ਼ਰੂਰ ਦਿਆ ਕਰੋ। ਥੈਂਕਸ।